ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਨੇ ਜੋ ਪਾਵਨ ਸਥਾਨ 'ਤੇ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਗੋਦ ਦਾ ਆਨੰਦ ਮਾਣਦੇ ਨੇ ਔਰ ਬਾਣੀ ਸੁਣ ਕੇ ਆਪਣੇ ਜਨਮ ਨੂੰ ਸਫਲਾ ਕਰਦੇ ਨੇ। ਔਰ ਉਹ ਵੀ ਵਡਭਾਗੇ ਨੇ ਜੋ ਇਸ ਵਕਤ ਮੀਡੀਆ ਦੇ ਰਾਹੀਂ ਇਸ ਪਾਵਨ ਬਾਣੀ ਨੂੰ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਨੇ। ਸਤਿਕਾਰਯੋਗ ਮਹੰਤ ਕੁਲਦੀਪ ਸਿੰਘ ਜੀ ਹੋਣੀ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਰ ਇਤਿਹਾਸ ਸਰਵਣ ਕਰਾ ਕੇ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹੁਕਮਨਾਮਿਆਂ ਦੀ ਵਿਆਖਿਆ ਕਰਕੇ ਗਏ ਹਨ। ਸੋ ਆਪ ਸਰਬੱਤ ਸੰਗਤ ਨੂੰ ਪਤਾ ਹੀ ਹੈ ਜੋ ਪਾਵਨ ਸਥਾਨ ਤੋਂ ਤੁਰਕੀ ਬਾਣੀ ਦੇ ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਸਿੱਧੇ ਪ੍ਰਸਾਰਣ ਚੱਲ ਰਹੇ ਹਨ। ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਹੋਣਾ ਵੱਲੋਂ ਜੋ ਪਿਛਲੇ ਸਮੇਂ ਮਹਾਂਮਾਰੀ ਮਨੁੱਖਤਾ 'ਤੇ ਆ ਗਈ ਸੀ, ਉਸ ਮਹਾਂਮਾਰੀ ਦੇ ਖਾਤਮੇ ਵਾਸਤੇ ਵੀ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸੰਗਤ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਇਹ ਗੁਰਬਾਣੀ ਪ੍ਰਸਾਰਣ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ। ਔਰ ਹੁਣ ਵੀ ਜੋ ਸਮਾਂ ਚੱਲ ਰਿਹਾ ਹੈ ਆਪ ਸਰਬੱਤ ਸੰਗਤ ਨੂੰ ਭਲੀ ਭਾਂਤ ਹੀ ਪਤਾ ਹੀ ਹੈ ਜੋ ਤਕਰੀਬਨ ਮਹੀਨਿਆਂ ਤੋਂ ਵੀ ਉੱਪਰ ਦਿਨ ਹੋ ਚੁੱਕੇ ਹਨ। ਜੋ ਸਾਡੇ ਕਿਸਾਨ ਵੀਰ ਹੁਣ ਕੇਵਲ ਕਿਸਾਨ ਹੀ ਨਹੀਂ ਰਹਿ ਗਏ, ਹਰ ਵਰਗ ਦੇ ਲੋਕ ਇਸ ਵਕਤ ਕਿਸਾਨ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਲਾ ਕੇ ਬੈਠੇ ਹਨ, ਜੋ ਇੱਕ ਅੰਦੋਲਨ ਦੇ ਵਿੱਚ ਧਰਨਾ ਬਦਲ ਗਿਆ ਹੈ। ਸੋ ਉਸ ਅੰਦੋਲਨ ਉਸ ਸੰਘਰਸ਼ ਦੀ ਸਫਲਤਾ ਵਾਸਤੇ ਕਿਸਾਨ ਵੀਰਾਂ ਦੀ ਇਸ ਸੰਘਰਸ਼ ਦੇ ਫਤਿਹ ਪ੍ਰਾਪਤ ਕਰਨ ਵਾਸਤੇ ਬਾਬਾ ਲੱਖਾ ਸਿੰਘ ਜੀ ਹੋਣਾ ਵੱਲੋਂ ਪਾਵਨ ਅਸਥਾਨ 'ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ਅਰਦਾਸਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਹੁਣ ਭੋਗ ਪਏ ਹਨ ਔਰ ਫਿਰ ਇਹ ਪ੍ਰਾਰੰਭ ਹੋ ਜਾਣੇ ਹਨ। ਉਤਨੀ ਦੇਰ ਤੱਕ ਇਹ ਅਰਦਾਸਾਂ ਚੱਲਦੀਆਂ ਰਹਿਣੀਆਂ ਹਨ ਜਿਤਨੀ ਦੇਰ ਤੱਕ ਸਤਿਗੁਰੂ ਮਹਾਰਾਜ ਜੀ ਆਪਣੀ ਕਿਰਪਾ ਇਸ ਅੰਦੋਲਨ ਦੇ ਵਿੱਚ ਫਤਿਹ ਪ੍ਰਾਪਤ ਕਰਵਾਉਣ ਤੱਕ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ, ਜੋ ਕਿਸਾਨ ਵੀਰ ਅੰਦਰ ਭਾਵਨਾ ਲੈ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਹਿਰਦਿਆਂ ਦੇ ਵਿੱਚ ਵਸਾਉਂਦੇ ਹੋਏ ਜੋ ਤੋ ਪ੍ਰੇਮ ਖਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਕਿਉਂਕਿ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਸਮਾਂ ਸੌਖਾ ਨਹੀਂ ਸੀਗਾ, ਕਿਉਂਕਿ ਹੁਣ ਇਸ ਵਕਤ ਸਾਨੂੰ ਦਿੱਲੀ ਪਹੁੰਚਣਾ ਬਹੁਤ ਸੌਖਾ ਲੱਗਦਾ ਹੈ, ਪਰ ਇਸ ਸੌਖੇ ਨੂੰ ਕਰਨ ਵਾਸਤੇ ਤਕਰੀਬਨ 26 ਨਵੰਬਰ ਨੂੰ ਜਦੋਂ ਕਿਸਾਨ ਵੀਰ ਦਿੱਲੀ ਗਏ ਸਨ, ਤੁਹਾਨੂੰ ਪਤਾ ਹੀ ਉਹਨਾਂ ਨੂੰ ਕਿੰਨੀਆਂ ਔਕੜਾਂ ਆਈਆਂ ਸਨ। ਸਮੇਂ ਦੀ ਹਕੂਮਤ ਨੇ ਕਿਤਨੀਆਂ ਔਕੜਾਂ ਰਾਹ ਬੰਦ ਕੀਤਾ ਸੀਗਾ, ਪਰ ਉਹਨਾਂ ਵੀਰਾਂ ਨੇ ਯੋਧਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸਾਰੀਆਂ ਔਕੜਾਂ ਨੂੰ ਭੰਨ ਕੇ ਦਿੱਲੀ ਤੱਕ ਪਹੁੰਚ ਕੀਤੀ ਹੈ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ, ਇਸ ਵਕਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਇਸ ਸੰਘਰਸ਼ ਦੇ ਵਿੱਚ ਆਪ ਹੀ ਵਰਤ ਰਹੀ ਹੈ, ਕਿਉਂਕਿ ਆਪ ਸਭ ਨੂੰ ਪਤਾ ਹੀ ਹੈ ਜੋ ਪੋਹ ਦਾ ਮਹੀਨਾ ਚੱਲ ਰਿਹਾ ਹੈ, ਸਿੱਖੀ ਸੰਘਰਸ਼ ਦਾ ਮਹੀਨਾ ਹੈ। ਔਰ ਇਹ ਹਫਤਾ ਜਿਸ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ ਔਰ ਕਈ ਪੰਥ ਦੇ ਮਹਾਨ ਸ਼ਹੀਦ ਇਸ ਸ਼ਹੀਦੀਆਂ ਦੇ ਕੇ ਉਹਨਾਂ ਨੇ ਪੰਥ ਨੂੰ ਸਿਰਜਿਆ ਹੈ। ਸੋ ਇਸ ਪੋਹ ਮਹੀਨੇ ਦੀ ਸ਼ਹੀਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਵੀ ਉਸੇ ਤਰ੍ਹਾਂ ਹੀ ਸਾਡੇ ਕਿਸਾਨ ਵੀਰ ਉਸ ਸੰਘਰਸ਼ ਦੇ ਵਿੱਚ ਜੂਝ ਰਹੇ ਹਨ। ਸੋ ਮਹਾਂਪੁਰਖਾਂ ਵੱਲੋਂ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ, ਉੱਥੇ ਉਹਨਾਂ ਦੇ ਵੀਰਾਂ ਦੇ ਭਲੇ ਵਾਸਤੇ ਉਸ ਅੰਦੋਲਨ ਦੇ ਵਿੱਚ ਵੀ ਆਪ ਲੰਗਰ ਵਰਤਾ ਰਹੇ ਹਨ, ਲੰਗਰਾਂ ਦੇ ਵਿੱਚ ਆਪ ਸੇਵਾ ਨਿਭਾ ਰਹੇ ਹਨ। ਔਰ ਤਕਰੀਬਨ ਪਿਛਲੇ 27 ਤਰੀਕ ਤੋਂ ਉੱਥੇ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਹੋਣਾ ਵੱਲੋਂ ਜਥਾ ਵੀ ਪਹੁੰਚਿਆ ਹੋਇਆ ਹੈ, ਜੋ ਤਕਰੀਬਨ 1 ਮਹੀਨੇ ਤੋਂ ਉੱਥੇ ਲੰਗਰ ਦੀ ਸੇਵਾ ਕਰ ਰਿਹਾ ਹੈ। ਔਰ ਜਿੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ, ਸਤਿਗੁਰੂ ਮਹਾਰਾਜ ਜੀ ਅਰਦਾਸਾਂ ਵੀ ਜੋਦੜੀਆਂ ਵੀ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਮੌਜੂਦਾ ਸਰਕਾਰ ਦੇ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਮਹਾਂਪੁਰਖਾਂ ਵੱਲੋਂ ਖੇਤੀਬਾੜੀ ਮੰਤਰੀ ਦੇ ਨਾਲ ਆਪ ਵੀ ਗੱਲ ਕੀਤੀ ਪਈ ਕਿ ਜਲਦੀ ਤੋਂ ਜਲਦੀ ਇਸ ਸੰਘਰਸ਼ ਦਾ ਹੱਲ ਕੀਤਾ ਜਾਵੇ। ਜੇ ਤੁਹਾਡੇ ਮਨ ਦੇ ਅੰਦਰ ਇਹ ਭਾਵਨਾ ਵਸੀ ਹੈ ਕਿ ਜਿੰਨਾ ਅੰਦੋਲਨ ਅਸੀਂ ਲੰਬਾ ਲੈ ਕੇ ਜਾਵਾਂਗੇ ਸ਼ਾਇਦ ਕਿਸਾਨ ਵੀਰ ਥੱਕ ਜਾਣਗੇ, ਇਹ ਤੁਹਾਡੀ ਭਾਵਨਾ ਅੰਦਰ ਗਲਤ ਹੈ, ਕਿਉਂਕਿ ਜਿਤਨਾ ਹੀ ਤੁਸੀਂ ਸੰਘਰਸ਼ ਨੂੰ ਲੰਬਾ ਲੈ ਕੇ ਜਾ ਰਹੇ ਹੋ ਉਤਨਾ ਹੀ ਇਹ ਸੰਘਰਸ਼ ਵੱਧ ਰਿਹਾ ਹੈ, ਹੋਰ ਮਜ਼ਬੂਤ ਹੋ ਰਿਹਾ ਹੈ। ਦਿਨੋਂ ਦਿਨ ਇਹ ਸੰਘਰਸ਼ ਦੇ ਨਾਲ ਵੱਧ ਤੋਂ ਵੱਧ ਲੋਕ ਜੁੜ ਰਹੇ ਹਨ।
ਸੋ ਜਲਦੀ ਤੋਂ ਜਲਦੀ ਕਿਸਾਨ ਵੀਰਾਂ ਦੀਆਂ ਮੰਗਾਂ ਦਾ ਪੂਰੀਆਂ ਕੀਤੀਆਂ ਜਾਣ। ਇਸ ਵਾਸਤੇ ਮਹਾਂਪੁਰਖਾਂ ਵੱਲੋਂ ਪਹਿਲਾਂ ਗਵਰਨਰ ਦੇ ਥਰੂ ਰਾਸ਼ਟਰਪਤੀ ਨੂੰ ਵੀ ਮੈਮੋਰੰਡਮ ਦਿੱਤਾ ਗਿਆ ਅਤੇ ਹੁਣ ਖੇਤੀਬਾੜੀ ਮੰਤਰੀ ਭਾਰਤ ਦੇ ਦੁਆਰਾ ਵੀ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਕਿਸਾਨ ਵੀਰਾਂ ਦੀਆਂ 3 ਮੁੱਖ ਮੰਗਾਂ ਨੂੰ ਪੂਰਾ ਕਰੋ ਤਾਂ ਕਿ ਉਹ ਆਪਣੇ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਪਰਤਣ, ਕਿਉਂਕਿ ਇਸ ਠੰਡ ਦੇ ਮਹੀਨੇ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। ਅਸੀਂ ਆਪ ਘਰਾਂ ਦੇ ਵਿੱਚ ਬੈਠੇ ਹਾਂ, ਪਰ ਜਰਾ ਬਾਹਰ ਨਿਕਲ ਕੇ ਸੋਚ ਕੇ ਵੇਖੋ, ਜਦੋਂ ਸਵੇਰ ਦੇ ਟਾਈਮ ਤਰੇਲ ਪੈਂਦੀ ਹੈ, ਕਿਸ ਤਰ੍ਹਾਂ ਉਹ ਵੀਰ ਉਹ ਭੈਣਾਂ ਉਸ ਸੰਘਰਸ਼ ਦੇ ਵਿੱਚ ਇਸ ਜ਼ੁਲਮ ਦਾ ਟਾਕਰਾ ਕਰ ਰਹੇ ਹਨ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ। ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਦਾਸ ਇਸ ਲਈ ਖੜਾ ਹੋਇਆ ਹੈ ਕਿ ਆਪ ਸਰਬੱਤ ਸੰਗਤਾਂ ਨੂੰ ਪਤਾ ਲੱਗ ਸਕੇ ਇਸ ਪਾਵਨ ਸਥਾਨ ਵੱਲੋਂ ਇਸ ਸੰਘਰਸ਼ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਹਨ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ, ਕਿਉਂਕਿ ਆਪ ਸਰਬੱਤ ਸੰਗਤ ਨੂੰ ਪਤਾ ਹੀ ਹੈ 30 ਤਰੀਕ ਨੂੰ ਕਿਸਾਨ ਵੀਰਾਂ ਦੀ ਦੁਬਾਰਾ ਸਰਕਾਰ ਦੇ ਨਾਲ ਮੀਟਿੰਗ ਹੋ ਰਹੀ ਹੈ ਔਰ ਮਹਾਂਪੁਰਖਾਂ ਵੱਲੋਂ ਵੀ ਸਰਕਾਰ 'ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਇਸ ਕਿਸਾਨ ਵੀਰਾਂ ਦੇ ਸੰਘਰਸ਼ ਦੀ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਇਸ ਨੂੰ ਸਮਾਪਤ ਕੀਤਾ ਜਾਵੇ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ। ਕੱਲ੍ਹ ਨੂੰ ਇਸ ਪਾਵਨ ਸਥਾਨ 'ਤੇ ਪੂਰਨਮਾਸ਼ੀ ਦਾ ਦਿਹਾੜਾ ਆਪ ਸਰਬੱਤ ਸੰਗਤ ਨੂੰ ਪਤਾ ਹੈ ਮਹੀਨੇਵਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਰਾਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ, ਪਰ ਦਿਨ ਵੇਲੇ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਔਰ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਰੱਖਿਆ ਗਿਆ ਹੈ, ਜੋ ਸਵੇਰੇ 8:30 ਵਜੇ ਪ੍ਰਾਰੰਭ ਹੋਵੇਗਾ ਔਰ ਦੁਪਹਿਰੇ 2 ਵਜੇ ਤੱਕ ਇਹ ਸ਼ਹੀਦੀ ਸਮਾਗਮ ਚੱਲੇਗਾ, ਜਿਸ ਦੇ ਵਿੱਚ ਪੰਥਕ ਦੇ ਮਹਾਨ ਢਾਡੀ ਕਵੀਸ਼ਰ ਮੁੱਖ ਤੌਰ 'ਤੇ ਪਹੁੰਚ ਰਹੇ ਹਨ ਔਰ ਬੇਅੰਤ ਰਾਗੀ ਜਥਿਆਂ ਨੇ ਵੀ ਹਾਜ਼ਰੀ, ਸੰਤ ਮਹਾਂਪੁਰਖਾਂ ਨੇ ਵੀ ਭਰਨੀ ਹੈ। ਸੋ ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਈ ਸਵੇਰ ਵੇਲੇ ਆਪ ਜੀ ਨੇ ਪਹੁੰਚ ਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਔਰ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਨੂੰ, ਸ਼ਹੀਦੀ ਭਰੇ ਇਤਿਹਾਸ ਨੂੰ ਸਰਵਣ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਮਾਰਗ ਦੇ ਨਾਲ ਜੁੜਨਾ ਹੈ। ਸੋ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਹੁਣਾਂ ਵੱਲੋਂ ਆਪ ਸਰਬੱਤ ਸੰਗਤਾਂ ਦੇ ਕੱਲ੍ਹ ਦੇ ਸਮਾਗਮ ਵਿੱਚ ਪੁੱਜਣ ਵਾਸਤੇ ਇਹ ਮੁੱਖ ਬੇਨਤੀ ਸੀਗੀ, ਜੋ ਸ਼ਹੀਦੀ ਸਮਾਗਮ ਮੁੱਖ ਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਕਲੇਰਾਂ ਵਿਖੇ ਕਰਵਾਇਆ ਜਾ ਰਿਹਾ ਹੈ। ਸੋ ਹੁਣ ਕੁਝ ਸਮੇਂ ਬਾਅਦ ਅਗਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਵੇਗੀ। ਸੋ ਆਪ ਜੋ ਗੁਰਸੰਗਤਾਂ ਘਰ ਬੈਠ ਕੇ ਦਾਸ ਦੀ ਆਵਾਜ਼ ਨੂੰ ਸੁਣ ਰਹੀਆਂ ਹਨ, ਕਿਉਂਕਿ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਮਹਾਂਪੁਰਖ ਆਪ ਉਸ ਅੰਦੋਲਨ ਦੇ ਵਿੱਚ ਜਾ ਕੇ ਕਿਸਾਨਾਂ ਦੀ ਸੇਵਾ ਕਰਦੇ ਹਨ, ਕਈ ਵਾਰ ਕਈਆਂ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਹਨ ਕਿਸੇ ਤਰ੍ਹਾਂ ਦੇ। ਸੋ ਜੇ ਉਹ ਆਪਣੇ ਵਿਚਾਰ ਮਹਾਂਪੁਰਖਾਂ ਨਾਲ ਕਰਨੇ ਚਾਹੁੰਦੇ ਹੋਣ, ਦਾਸ ਇੱਕ ਵਾਰ ਨੰਬਰ ਬੋਲੇਗਾ, ਆਪ ਸਭ ਨੇ ਨੋਟ ਕਰ ਲੈਣਾ ਹੈ। ਉਸ ਨੰਬਰ 'ਤੇ ਸੰਪਰਕ ਕਰਕੇ ਮਹਾਂਪੁਰਖਾਂ ਦੇ ਨਾਲ ਵਿਚਾਰ ਕਰ ਸਕਦੇ ਹੋ। ਮਹਾਂਪੁਰਖਾਂ ਦਾ ਨੰਬਰ ਹੈ 7009-220-206। ਮੈਂ ਦੁਬਾਰਾ ਬੇਨਤੀ ਕਰਾਂ 7009-220-206। ਇਸ ਨੰਬਰ 'ਤੇ ਸੰਪਰਕ ਕਰਕੇ ਆਪ ਜੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈ ਸਕਦੇ ਹੋ। ਬਾਕੀ ਚੈਨਲ 'ਤੇ ਨੰਬਰ ਚੱਲਦੇ ਹਨ, ਸੇਵਾਦਾਰ ਵੀ ਤੁਹਾਡੀ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਹਨ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।